ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਦੇ ਉੱਪਰ। ਸਭ ਤੋਂ ਪਹਿਲੀ ਖਬਰ ਤੇ ਜਿਹੜੀ ਗੱਲਬਾਤ ਕਰਾਂਗੇ ਉਹ ਬਹੁਤ ਹੀ ਜ਼ਿਆਦਾ ਅਹਿਮ ਹੈ ਕਿ ਕੇਂਦਰ ਸਰਕਾਰ ਦੇ ਉੱਪਰ ਅਕਸਰ ਹੀ ਇਲਜ਼ਾਮ ਲੱਗਦੇ ਰਹਿੰਦੇ ਨੇ ਕਿ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ, ਚਾਹੇ ਉਹ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਹੋਵੇ। ਤਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਫੰਡਾਂ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਡਾਕਾ ਮਾਰਿਆ ਜਾ ਰਿਹਾ, ਕਾਟ ਮਾਰੀ ਜਾ ਰਹੀ ਹੈ। ਦੂਜੀ ਖਬਰ ਇਹ ਹੈ ਕਿ ਨਵੇਂ ਜਿਹੜੇ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ, ਉਹਨਾਂ ਦੇ ਵੱਲੋਂ ਮੋਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਤੇ ਤੀਜੀ ਜਿਹੜੀ ਮੀਟਿੰਗ ਚੱਲ ਰਹੀ ਹੈ, ਜਦੋਂ ਤੱਕ ਇਹ ਸਾਡਾ ਪ੍ਰੋਗਰਾਮ ਚੱਲੇਗਾ ਉਦੋਂ ਤੱਕ ਜਿਹੜੀ ਇਹ ਮੀਟਿੰਗ ਹੈ ਉਹ ਸਮਾਪਤ ਹੋ ਚੁੱਕੀ ਹੋਵੇਗੀ, ਪਰ ਇਸ 'ਤੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਦ ਟੀਵੀ 'ਤੇ। ਧੰਨਵਾਦ ਸੁਖਵਿੰਦਰ। ਅੱਜ ਦੀਆਂ ਖਬਰਾਂ ਵਾਕਈ ਬੜੀਆਂ ਡਿਸਟਰਬਿੰਗ ਨੇ, ਖਾਸ ਤੌਰ 'ਤੇ ਮੀਟਿੰਗ ਜਿਹੜੀ ਕਿਸਾਨਾਂ ਦੀ ਹੋ ਰਹੀ ਹੈ ਉਹ ਤਾਂ ਹੈ ਹੀ ਹੈ। ਦੂਸਰਾ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਨਾਲ ਵਿਤਕਰੇ ਦੀ ਗੱਲ ਜਿਹੜੀ ਹੈ, ਆਪਾਂ ਉਸੋਂ ਗੱਲ ਸ਼ੁਰੂ ਕਰਦੇ ਹਾਂ। ਭੋਗਲ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਕਰੀਏ ਕਿ ਪੰਜਾਬ ਦੇ ਜਿਹੜੇ ਪੇਂਡੂ ਵਿਕਾਸ ਫੰਡਾਂ ਦੇ ਉੱਪਰ ਕੇਂਦਰ ਸਰਕਾਰ ਦੇ ਵੱਲੋਂ ਕਾਟ ਮਾਰੀ ਗਈ ਹੈ। ਇੱਕ ਪਾਸੇ ਆਪਣੇ ਹੱਕਾਂ ਦੇ ਲਈ ਪੰਜਾਬ ਜਿਹੜਾ ਪੂਰਾ ਅੱਧੇ ਤੋਂ ਜ਼ਿਆਦਾ ਪੰਜਾਬ ਦਿੱਲੀ ਦੀ ਸਰਹੱਦ 'ਤੇ ਬੈਠਾ, ਤੇ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਡਾਕਾ ਮਾਰਿਆ ਜਾ ਰਿਹਾ ਪੰਜਾਬ ਦੇ ਹੱਕਾਂ ਦੇ ਉੱਪਰ। ਹਾਂ, ਤੁਸੀਂ ਠੀਕ ਕਹਿ ਰਹੇ ਹੋ। ਜਿਹੜੀ ਲੇਟੈਸਟ ਡਿਵੈਲਪਮੈਂਟ ਹੈ ਇਸ ਸੰਦਰਭ ਵਿੱਚ, ਉਹ ਰੂਰਲ ਡਿਵੈਲਪਮੈਂਟ ਫੰਡ ਨੂੰ ਫਿਲਹਾਲ ਸਰਕਾਰ ਨੇ, ਕੇਂਦਰ ਸਰਕਾਰ ਨੇ ਰੋਕਿਆ ਹੈ। ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡ ਦੇ ਲਈ ਜਿਹੜੀ ਪੈਸਾ ਭੇਜਦੀ ਹੈ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੇ ਥਰੂ ਖਰਚਣ ਵਾਸਤੇ, ਉਸ ਨੂੰ ਫਿਲਹਾਲ ਰੋਕਿਆ ਗਿਆ। ਇਹ ਕਹਿ ਕੇ ਰੋਕਿਆ ਗਿਆ ਕਿ ਤੁਸੀਂ ਪਹਿਲਾਂ ਜਿਹੜੇ ਹੁਣ ਤੱਕ ਤੁਹਾਨੂੰ ਫੰਡ ਆਇਆ ਹੈ ਉਸ ਦਾ ਤੁਸੀਂ ਸਾਨੂੰ ਹਿਸਾਬ ਕਿਤਾਬ ਜਿਹੜਾ ਹੈਗਾ ਉਹ ਦਿਓ। ਤੋ ਇਹ ਜਿਹੜੀ ਰਿਵਾਇਤ ਹੈ, ਇਹ ਜਦੋਂ ਦੀ ਇਹ BJP ਦੀ ਗਵਰਨਮੈਂਟ ਆਈ ਸੀ ਪਹਿਲਾਂ 2014 'ਚ, ਉਦੋਂ ਤੋਂ ਹੀ ਉਹਨਾਂ ਨੇ ਇਹ ਤਰੀਕਾਕਾਰ ਜਿਹੜਾ ਹੈ ਉਸ ਨੂੰ ਫੜਿਆ ਹੋਇਆ। ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਜਦੋਂ ਅਰੁਣ ਜੇਟਲੀ ਫਾਈਨਾਂਸ ਮਿਨਿਸਟਰ ਸੀ ਪਿਛਲੀ ਸਰਕਾਰ ਵਿੱਚ, ਹੁਣ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ, ਤਾਂ ਉਹ ਜਦੋਂ ਅੰਮ੍ਰਿਤਸਰ ਤੋਂ ਇਲੈਕਸ਼ਨ ਹਾਰੇ ਸੀ, ਫਿਰ ਉਹ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਲਿਆ ਗਿਆ, ਔਰ ਰਾਜ ਸਭਾ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਕਿਉਂਕਿ ਉਸ ਵੇਲੇ ਉਹ ਬਹੁਤ ਅਹਿਮ ਨੇਤਾ ਸੀਗੇ। ਤੋ ਉਦੋਂ ਵੀ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਨੂੰ ਡਿਫਰੈਂਟ ਹੈਡਸ ਦੇ ਅੰਡਰ ਫੰਡਸ ਆਉਂਦੇ ਸੀ ਤਾਂ ਉਹਨਾਂ ਨੇ ਰੋਕਣੇ ਸ਼ੁਰੂ ਕਰ ਦਿੱਤੇ ਸੀ, ਇਹ ਕਹਿੰਦਿਆਂ ਹੋਇਆ ਕਿ ਇਹਦਾ ਹਿਸਾਬ ਕਿਤਾਬ ਜਿਹੜਾ ਹੈ ਪੰਜਾਬ ਗਵਰਨਮੈਂਟ ਨਹੀਂ ਦਿੰਦੀ। ਤੋ ਉਦੋਂ ਤੋਂ ਇਹ ਕਲਾ ਕਲੇਸ਼ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਜਿਹੜਾ ਇਸ ਤਰ੍ਹਾਂ ਦਾ ਚੱਲਿਆ ਆ ਰਿਹਾ ਹੈਗਾ। ਤੋ ਰਾਜ ਸਰਕਾਰਾਂ ਦਾ ਕਹਿਣਾ ਕਿ ਤੁਸੀਂ ਸਾਨੂੰ ਫੰਡ ਰੋਕਦੇ ਹੋ, ਕੇਂਦਰ ਸਰਕਾਰ ਦਾ ਕਹਿਣਾ ਹੁੰਦਾ ਕਿ ਤੁਸੀਂ ਇਸ ਫੰਡ ਨੂੰ ਸਹੀ ਤਰੀਕੇ ਨਾਲ ਨਹੀਂ ਖਰਚਦੇ। ਹਾਲਾਂਕਿ ਇਹ ਧੱਕਾ ਜ਼ਰੂਰ ਹੈ ਸਟੇਟ ਗਵਰਨਮੈਂਟ ਨਾਲ, ਕਦੀ GST ਰੋਕਿਆ ਜਾਂਦਾ, ਔਰ ਮੈਂ ਦੇਖਦਾ ਕਿ ਖਾਸ ਤੌਰ 'ਤੇ ਪੰਜਾਬ ਨਾਲ ਜਦੋਂ ਦਾ ਇਹ ਕਿਸਾਨੀ ਐਜੀਟੇਸ਼ਨ ਚੱਲਿਆ ਹੈਗਾ, ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਦੀ ਆਰਮ ਟਵਿਸਟਿੰਗ ਕਰਨ ਵਾਸਤੇ, ਜਿਹਨੂੰ ਅਸੀਂ ਕਹਿੰਦੇ ਬਾਂਹ ਮਰੋੜਨ ਦੀ ਕੋਸ਼ਿਸ਼ ਕਰਦੀ ਗਾਹੇ ਬਗਾਹੇ। GST ਵੀ ਡਿਲੇ ਹੋ ਰਿਹਾ ਔਰ ਇਹ ਵੀ ਹੋ ਰਿਹਾ, ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਕਹਿਣਾ ਕਿ ਫੰਡਸ ਦਾ ਦੁਰਉਪਯੋਗ ਹੁੰਦਾ ਜਾਂ ਇਹਨਾਂ ਨੂੰ ਸਹੀ ਨਹੀਂ ਖਰਚਿਆ ਜਾਂਦਾ, ਉਹਦੇ ਵਿੱਚ ਵੀ ਸੱਚਾਈ ਹੈ। ਹਾਲਾਂਕਿ ਮੈਂ ਨਹੀਂ ਸੋਚਦਾ ਕਿ ਉਸ ਸੱਚਾਈ ਨੂੰ ਆਧਾਰ ਬਣਾ ਕੇ ਕਿਸੇ ਸਟੇਟ ਦੇ ਜਿਹੜੇ ਫੰਡ ਰੋਕੇ ਜਾਣੇ ਚਾਹੀਦੇ ਹੈ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜੀ ਸਾਡੀ ਇੱਕ ਅਦਾਰਾ ਹੈ ਕੰਪਟਰੋਲਰ ਐਂਡ ਆਡੀਟਰ ਜਨਰਲ C&AG ਜਾਂ ਆਡੀਟਰ ਜਨਰਲ ਪੰਜਾਬ, ਉਹਨਾਂ ਦੀ ਹਰ ਸਾਲ ਰਿਪੋਰਟ ਛਪਦੀ ਹੈ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਰੱਖੀ ਜਾਂਦੀ ਹੈ ਔਰ ਪਾਰਲੀਮੈਂਟ 'ਚ ਵੀ ਰੱਖੀ ਜਾਂਦੀ ਹੈ। ਉਹਨਾਂ ਨੇ ਬਾਰ-ਬਾਰ ਇਹ ਗੱਲ ਪਿਛਲੀਆਂ ਸਰਕਾਰਾਂ ਵੇਲੇ, ਬਾਦਲ ਸਰਕਾਰ ਵੇਲੇ ਵੀ ਕਈ ਵਾਰ ਕਹੀ, ਔਰ ਕੈਪਟਨ ਸਰਕਾਰ ਜਦੋਂ ਦੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਪੁਆਇੰਟ ਆਊਟ ਕੀਤਾ ਆਪਣੀਆਂ ਰਿਪੋਰਟਸ ਦੇ ਵਿੱਚ ਕਿ ਜਿਹੜੇ ਫੰਡਸ ਜਿਹੜੇ ਹੈਗੇ ਆ ਉਹਨਾਂ ਦਾ ਸਹੀ ਕਈ ਥਾਂ 'ਤੇ ਉਪਯੋਗ ਨਹੀਂ ਹੋਇਆ। ਤੋ ਰਾਜ ਸਰਕਾਰਾਂ ਨੂੰ ਵੀ ਚਾਹੀਦਾ ਹੈ ਇਸ ਤੋਂ ਕਿ ਜ਼ਿੰਮੇਵਾਰੀ ਦੇ ਨਾਲ ਇਹ ਫੰਡਾਂ ਦੀ ਜਿਹੜੀ ਹੈ ਉਹਨਾਂ ਦੀ ਖਰਚਾ ਕੀਤਾ ਜਾਵੇ। ਲੇਕਿਨ ਹੋ ਇਹ ਰਿਹਾ ਕਿ ਆਪਣੀਆਂ ਜਿਹੜੀਆਂ ਲੋਕ ਲਵਾਉਣੀਆਂ ਸਕੀਮਾਂ ਜਿਹੜੀਆਂ ਨੇ ਉਹਨਾਂ ਦੇ ਤਹਿਤ ਉਹ ਪੈਸੇ ਖਰਚਦੇ ਚਲੇ ਜਾਂਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਮੰਡੀ ਬੋਰਡ ਦੀ ਜਿਹੜੀ ਫੀਸ, ਜਿਹੜੀ ਹੁਣ ਇਹ ਨਵੇਂ ਐਕਟ ਦੇ ਮੁਤਾਬਕ ਬੰਦ ਹੋ ਜਾਣੀ ਸੀ, ਲੇਕਿਨ ਪਿਛਲੇ 3 ਸਾਲਾਂ ਦੀ ਜਿਹੜੀ ਐਸਟੀਮੇਟਡ ਫੀਸ ਹੈ ਉਹਦੇ ਇਕੁਇਲੈਂਟ ਆਲਰੇਡੀ ਸਟੇਟ ਗਵਰਨਮੈਂਟ ਨੇ ਜਿਹੜਾ ਹੈ ਕਰਜ਼ਾ ਚੁੱਕ ਕੇ ਤੇ ਉਹਨੂੰ ਖਰਚ ਵੀ ਦਿੱਤਾ ਹੋਇਆ। ਤੋ ਜਦੋਂ ਇੱਦਾਂ ਦੀ ਜਿਹੜੀ ਹੈ ਲਾਪਰਵਾਹੀ ਔਰ ਇੱਦਾਂ ਦੀ ਜਿਹੜੀ ਬਦਦਿਆਨਤੀ ਰਾਜ ਸਰਕਾਰਾਂ ਕਰਨਗੀਆਂ ਤਾਂ ਕੇਂਦਰ ਨੂੰ, ਚਾਹੇ ਉਹ ਉਹਨਾਂ ਦੀ ਮਨਸ਼ਾ ਕੁਛ ਵੀ ਹੋਵੇ, ਉਹਨਾਂ ਨੂੰ ਮੌਕਾ ਮਿਲ ਜਾਂਦਾ ਤੁਹਾਡੀ ਬਾਂਹ ਮਰੋੜਨ ਦਾ ਕਿ ਤੁਸੀਂ ਇਸ ਨੂੰ ਸਹੀ ਤਰ੍ਹਾਂ ਨਹੀਂ ਖਰਚ ਰਹੇ ਤੇ ਸਾਨੂੰ ਦੱਸੋ ਪਹਿਲਾਂ ਕਿੱਦਾਂ ਖਰਚਿਆ। ਕਿਉਂਕਿ ਹੁੰਦਾ ਇਹ ਸੀਗਾ ਕਿ ਕਾਂਗਰਸ ਗਵਰਨਮੈਂਟ ਵੇਲੇ, ਖਾਸ ਤੌਰ 'ਤੇ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀਗੇ, ਤਾਂ ਪੰਜਾਬ ਸਰਕਾਰ ਚਾਹੇ ਉਹ ਅਕਾਲੀਆਂ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ, ਡਾਕਟਰ ਮਨਮੋਹਨ ਸਿੰਘ ਬਹੁਤ ਲੈਵਿਸ਼ਲੀ ਇਹਨਾਂ ਨੂੰ ਪੈਸੇ ਦਿੰਦੇ ਰਹੇ ਔਰ ਕਿਸੇ ਨੇ ਕਦੇ ਇਹਨਾਂ ਨੂੰ ਨਹੀਂ ਪੁੱਛਿਆ ਕਿ ਤੁਸੀਂ ਇਸ ਨੂੰ ਕਿੱਦਾਂ ਖਰਚ ਰਹੇ ਹੋ, ਕੀ ਖਰਚ ਰਹੇ ਹੋ। ਤੇ ਤਕਰੀਬਨ ਉਸ ਤਰ੍ਹਾਂ ਦੀ ਹੀ ਜਿਹੜੀ ਹੈ ਇਹਨਾਂ ਨੂੰ ਹੁਣ ਕਹਿ ਲਓ ਆਦਤ ਪੈ ਗਈ ਹੈ। ਤੇ ਹੁਣ ਜਦੋਂ ਸਰਕਾਰ ਚਾਹੇ ਉਹਦੀ ਮਨਸ਼ਾ ਜੋ ਵੀ ਹੋਵੇ, ਜਦੋਂ ਉਹਨਾਂ ਨੂੰ ਪੁੱਛਦੀ ਹੈ ਕਿ ਤੁਸੀਂ ਪੈਸੇ ਕਿੱਦਾਂ
ਇੱਦਾਂ ਖਰਚ ਰਹੇ ਹੋ ਤਾਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਬੁਰਾ ਮੰਨਦੇ ਆ। ਤੇ ਪਰ ਫਿਰ ਵੀ ਮੈਂ ਕਹਾਂਗਾ ਕਿ ਕੇਂਦਰ ਸਰਕਾਰ ਨੂੰ ਜਿਹੜਾ ਹੈ ਸਟੇਟ ਦੀ ਜਿਹੜੀ ਸਥਿਤੀ ਹੈ, ਅਸੀਂ ਜਾਣਦੇ ਹਾਂ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਆਲਰੇਡੀ ਕੋਈ ਬਹੁਤ ਵਧੀਆ ਨਹੀਂ ਹੈਗੀ, ਔਰ ਇੱਥੇ ਕਈ ਵਾਰੀ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੀਆਂ ਤਨਖਾਹਾਂ ਦਾ ਵੀ ਮਸਲਾ ਪੈਦਾ ਹੋ ਜਾਂਦਾ, ਜਿਹੜੇ ਸਾਡੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਹੈ ਉਹਨਾਂ ਦੀ ਜਿਹੜੀ ਸਕਾਲਰਸ਼ਿਪਸ ਹੈ ਉਹਦੀ ਅਮਾਊਂਟ ਨਹੀਂ ਆ ਰਹੀ, ਹੋਰ ਸਾਰੇ ਫੰਡ ਖਾਸ ਤੌਰ 'ਤੇ ਜਿਹੜਾ GST ਦਾ ਸ਼ੇਅਰ ਹੈ ਜਿਹੜਾ ਟਾਈਮਲੀ ਆਉਣਾ ਚਾਹੀਦਾ ਉਹ ਵੀ ਨਹੀਂ ਦਿੱਤਾ ਜਾਂਦਾ, ਤੇ ਸਰਕਾਰ ਦੀ ਜਿਹੜੀ ਰੂਟੀਨ ਰੋਜ਼ਮਰਾ ਦੀ ਜਿਹੜੀ ਵਰਕਿੰਗ ਹੈ ਉਹਦੇ 'ਚ ਰੁਕਾਵਟ ਆਉਂਦੀ ਹੈ, ਤੇ ਇਹ ਨਹੀਂ ਹੋਣਾ ਚਾਹੀਦਾ। ਤੇ ਇਹਨੂੰ ਅਸੀਂ ਇਸੇ ਤਰੀਕੇ ਨਾਲ ਹੀ ਦੇਖਾਂਗੇ, ਭਾਵੇਂ ਰਾਜ ਸਰਕਾਰਾਂ ਦਾ ਵੀ ਆਪਣਾ ਕਸੂਰ ਹੈ, ਪਰ ਅਸੀਂ ਇਹੀ ਦੇਖਾਂਗੇ ਕਿ ਕੇਂਦਰ ਸਰਕਾਰ ਇਸ ਨੂੰ ਜਿਹੜਾ ਹੈ ਨਜਾਇਜ਼ ਉਸ ਆਪਣੀ ਸਥਿਤੀ ਦਾ ਫਾਇਦਾ ਉਠਾ ਰਹੀ ਹੈ ਇਸ ਮਾਮਲੇ 'ਚ। ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਉਹਨੂੰ ਇੱਕ ਤਰ੍ਹਾਂ ਦੀ ਕੇਂਦਰ ਸਰਕਾਰ ਇਹ ਗੱਲ ਕਹਿ ਰਿਹਾ ਕਿ ਵਿਰੋਧੀ ਧਿਰਾਂ ਦੇ ਇਸ਼ਾਰੇ 'ਤੇ ਹੋ ਰਿਹਾ, ਖਾਸ ਤੌਰ 'ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਜਿਹੜਾ ਪੰਜਾਬ ਦੀ ਜਿਹੜੀ ਹੈ ਕਾਂਗਰਸ ਸਰਕਾਰ ਦੇ ਉੱਪਰ ਹੈ, ਕਿਤੇ ਉਹਦਾ ਬਦਲਾ ਤਾਂ ਨਹੀਂ ਲਿਆ ਜਾ ਰਿਹਾ? ਹਾਂ, ਬੇਸਿਕਲੀ ਜਿਹੜੀ BJP ਸਰਕਾਰ ਹੈ ਉਹ ਇਸ ਤਰੀਕੇ ਨਾਲ ਸੋਚਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਸ ਤਰੀਕੇ ਦਾ ਇੰਪ੍ਰੈਸ਼ਨ ਦਈਏ ਕਿ ਇਹ ਗਵਰਨਮੈਂਟ ਜਿਹੜੀ ਹੈਗੀ ਹੈ ਇਹ ਕਿਸਾਨਾਂ ਦੀ ਹਮਦਰਦੀ ਕਰ ਰਹੀ ਹੈ, ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕਰ ਰਹੀ ਹੈ। ਮੈਨੂੰ ਨਹੀਂ ਪਤਾ ਕਿੱਦਾਂ ਸਪੋਰਟ ਕਰ ਰਹੀ ਹੈ। ਇਹ ਠੀਕ ਹੈ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਜਦੋਂ ਕਿਸਾਨ ਰੇਲ ਪਟੜੀਆਂ ਤੇ ਬੈਠੇ ਸੀ ਜਾਂ ਉਹਨਾਂ ਨੇ ਟੋਲ ਪਲਾਜ਼ੇ ਰੋਕੇ ਹੋਏ ਸੀ ਤਾਂ ਕੇਂਦਰ ਸਰਕਾਰ ਇਹ ਚਾਹੁੰਦੀ ਸੀ ਕਿ ਇਹਨਾਂ ਦੇ ਉੱਤੇ ਪੁਲਿਸ ਐਕਸ਼ਨ ਕਰਕੇ ਖਾਲੀ ਕਰਾਇਆ ਜਾਵੇ, ਲੇਕਿਨ ਸਥਾਨਕ ਹਾਲਾਤਾਂ ਨੂੰ ਦੇਖਦੇ ਹੋਏ ਇਸ ਦਾ ਜਿਹੜਾ ਹੈ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਲੈਣ ਤੋਂ ਗੁਰੇਜ਼ ਕੀਤਾ, ਔਰ ਮੈਂ ਸਮਝਦਾ ਸਿਆਣਪ ਕੀਤੀ, ਕਿਉਂਕਿ ਕੇਂਦਰ ਸਰਕਾਰ ਨੂੰ ਅੰਦਾਜ਼ਾ ਨਹੀਂ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਭਾਵਨਾ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਜੇ ਉਸ ਵੇਲੇ ਕੋਈ ਇਸ ਤਰ੍ਹਾਂ ਦਾ ਐਕਸ਼ਨ ਲੈ ਲਿਆ ਜਾਂਦਾ ਤਾਂ ਪੰਜਾਬ ਦੇ ਅੰਦਰ ਜਿਹੜੇ ਹੈ ਕਾਨੂੰਨ ਔਰ ਅਮਨ ਦੀ ਸਥਿਤੀ ਬਹੁਤ ਵਿਗੜ ਸਕਦੀ ਸੀ, ਲੇਕਿਨ ਕੇਂਦਰ ਸਰਕਾਰ ਇਸ ਚੀਜ਼ ਨੂੰ ਇਹ ਸ਼ੋਅ ਕਰ ਰਹੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੀ ਹੈ। ਮੈਂ ਸਮਝਦਾ ਪੰਜਾਬ ਸਰਕਾਰ ਕਿਸੇ ਤਰੀਕੇ ਨਾਲ ਵੀ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ ਇਸ ਸਾਰੇ ਅੰਦੋਲਨ ਦੇ ਵਿੱਚ। ਹਾਂ, ਉਹ ਖਾਮੋਸ਼ ਬੈਠੇ ਆ, ਨਿਊਟਰਲ ਹੈ, ਉਹ ਉਦਾਸੀਨ ਹੈ, ਨਾ ਉਧਰ ਵਾਲੀ ਗੱਲ ਕਹਿ ਸਕਦੇ ਹਾਂ, ਕਿਉਂਕਿ ਮੁੱਖ ਮੰਤਰੀ ਬੜੀ ਬੈਲੈਂਸ ਤਰੀਕੇ ਨਾਲ ਸਟੇਟਮੈਂਟ ਦਿੰਦੇ, ਜਦੋਂ ਕਦੀ ਵੀ ਉਹਨਾਂ ਦਾ ਮੂਡ ਬਣਦਾ, ਜਦੋਂ ਆਪਣੇ ਮਹਿਲ ਤੋਂ ਬਾਹਰ ਆਉਂਦੇ ਆ ਕਿਤੇ, ਉਦੋਂ ਸਟੇਟਮੈਂਟ ਜਿਹੜੀ ਉਹ ਛੱਡਦੇ ਆ ਤਾਂ ਉਹ ਬੜੀ ਬੈਲੈਂਸਡ ਹੁੰਦੀ ਹੈ। ਕਦੇ ਉਹਨਾਂ ਨੇ ਜਿਹੜਾ ਹੈ ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਆਪਣੇ ਖੇਤੀ ਕਾਨੂੰਨ ਪਾਸ ਕੀਤੇ, ਉਹ ਵੀ ਸਾਰੀ ਦੁਨੀਆ ਜਾਣਦੀ ਹੈ ਕਿ ਇੱਕ ਕਿਸਮ ਦਾ ਡਰਾਮਾ ਕੀਤਾ, ਉਹਨਾਂ ਨੂੰ ਪਤਾ ਸੀ ਕਿ ਉਹ ਰੁਕ ਜਾਣੇ ਆ, ਉਹ ਰੁਕੇ ਪਏ ਆ ਗਵਰਨਰ ਦੇ ਕੋਲ। ਪਹਿਲਾਂ ਪਰਚੇ ਵੀ ਦਰਜ ਕਰ ਦਿੱਤੇ ਗਏ ਸੀਗੇ ਕਿਸਾਨਾਂ ਦੇ ਉੱਪਰ, ਤਾਂ ਫਿਰ ਕਿਸਾਨਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪਰਚੇ ਦਰਜ ਕਈ ਨਹੀਂ ਕਰਾਂਗੇ, ਤਾਂ ਪਿੱਛੇ ਜੇ ਸੰਗਰੂਰ ਦੇ ਵਿੱਚ ਬਹੁਤ ਜ਼ਿਆਦਾ ਲਾਠੀਚਾਰਜ ਵੀ ਹੋਇਆ ਸੀ, ਉਦੋਂ ਵੀ ਪਰਚੇ ਦਰਜ ਕੀਤੇ ਗਏ, ਇੱਕ ਗੋਹੇ ਦੀ ਟਰਾਲੀ ਸਿੱਟਣ ਦੇ ਕਾਰਨ ਉਹ 'ਤੇ ਪਰਚਾ ਦਰਜ ਕੀਤਾ ਗਿਆ। ਤਾਂ ਬਾਅਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਦੋਂ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਕਹੀ ਗਈ ਕਿ ਮੋਦੀ ਤੋਂ ਬਾਅਦ ਅਸੀਂ ਤੁਹਾਨੂੰ ਵੀ ਘੇਰ ਸਕਦੇ ਹਾਂ, ਜੇ ਦਿੱਲੀ ਆ ਸਕਦੇ ਹਾਂ ਅਸੀਂ ਚੰਡੀਗੜ੍ਹ ਵੀ ਆ ਸਕਦੇ ਹਾਂ, ਤਾਂ ਉਸ ਤੋਂ ਬਾਅਦ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਬਦਲਿਆ ਗਿਆ, ਹਮਾਇਤੀ ਤਾਂ ਬਣੀ ਨਹੀਂ। ਉਹ ਮੈਂ ਉਹੀ ਗੱਲ ਕਹਿ ਰਿਹਾ ਨਾ ਕਿ ਮਜਬੂਰੀ ਵਸ ਉਹ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਕਿਸਾਨਾਂ ਦੇ ਖਿਲਾਫ ਕੁਝ ਨਹੀਂ ਕਰ ਰਹੀ, ਇਸ ਕਰਕੇ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਉਹਨਾਂ ਦੀ ਹਮਾਇਤ ਕਰ ਰਹੇ ਆ। ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਇਸ 'ਤੇ ਕੋਈ ਐਕਸ਼ਨ ਲਿਆ, ਕੋਈ ਕਾਰਵਾਈ ਕੀਤੀ ਕਿਸਾਨਾਂ ਦੇ ਖਿਲਾਫ, ਤਾਂ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਵਿਗੜ ਸਕਦੀ ਹੈ, ਕਿਉਂਕਿ ਇੰਨਾ ਜ਼ਿਆਦਾ ਰੋਹ ਹੈ ਕਿਸਾਨਾਂ 'ਚ। ਜੇ ਉਹ ਐਡਾ ਵੱਡਾ ਕਦਮ ਲੈ ਸਕਦੇ ਆ, ਆਪਣੇ ਘਰ-ਬਾਰ ਛੱਡ ਕੇ ਇੰਨੇ ਦਿਨਾਂ ਤੋਂ ਉਹ ਦਿੱਲੀ ਬੈਠ ਸਕਦੇ ਆ, ਸਭ ਕੁਝ ਕਰ ਸਕਦੇ ਆ, ਤੇ ਪੰਜਾਬ ਦੇ ਵਿੱਚ ਤਾਂ ਉਹ ਕੁਝ ਵੀ ਕਰ ਸਕਦੇ ਆ ਜੇ ਜਿੰਨੀ ਉਹਨਾਂ ਦੇ ਜਿਹੜੀ ਭਾਵਨਾਵਾਂ ਆਹਤ ਹੋਈਆਂ ਨੇ ਇਹਨਾਂ ਖੇਤੀ ਕਾਨੂੰਨ ਦੇ ਲੈ ਕੇ। ਸੋ ਮੈਂ ਸਮਝਦਾ ਕਿ ਜੋ ਵੀ ਕਾਰਨ ਹੈ ਪੰਜਾਬ ਸਰਕਾਰ ਸਿਆਣਪ ਤੋਂ ਹੀ ਕੰਮ ਲੈ ਰਹੀ ਹੈ, ਜਿਹੜੀ ਸਖਤੀ ਨਹੀਂ ਕਰ ਰਹੀ, ਭਾਵੇਂ ਕੇਂਦਰ ਸਰਕਾਰ ਉਹਨਾਂ ਤੋਂ ਨਾਰਾਜ਼ ਹੋਵੇ ਜਾਂ ਨਾ ਹੋਵੇ, ਉਹ ਕਦਮ ਵਕਤੀ ਤੌਰ ਦੇ ਉੱਤੇ ਕਾਫੀ ਠੀਕ ਹੈ। ਭੁੱਗਲ ਸਾਹਿਬ ਨਵੇਂ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ, ਜੋਏ ਬਾਈਡਨ, ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੀ ਨਵੀਂ ਟੀਮ ਦਾ ਜਿਹੜਾ ਗਠਨ ਕੀਤਾ ਗਿਆ, ਚਾਹੇ ਉਹ ਵਾਈਟ ਹਾਊਸ ਦੀ ਹੋਵੇ, ਚਾਹੇ ਉਹ ਕੈਬਨਿਟ ਦੀ ਹੋਵੇ, ਤਾਂ ਉਹਨਾਂ ਦੇ ਵਿੱਚੋਂ ਖਾਸ ਤੌਰ 'ਤੇ ਗੱਲ ਨਿਕਲ ਕੇ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਆਪਣੀ ਟੀਮ ਦੇ ਵਿੱਚ ਦੂਰ ਰੱਖਿਆ ਗਿਆ ਜਿਹੜੇ ਭਾਰਤ ਦੇ ਵਿੱਚ BJP ਦੇ ਨਾਲ ਤੇ ਜਾਂ ਫਿਰ ਖਾਸ ਕਰਕੇ RSS ਦੇ ਨਾਲ ਸੰਬੰਧ ਰੱਖਦੇ ਨੇ। ਹਾਲਾਂਕਿ ਉਹਨਾਂ ਨੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਬਣਾਈ ਹੈ ਉਹ ਵੀ ਜਿਹੜੀ ਹੈਗੀ ਹੈ ਭਾਰਤੀ ਮੂਲ ਦੀ ਆ, ਪਰ RSS ਅਤੇ BJP ਵਾਲੇ ਬੰਦਿਆਂ ਨੂੰ ਆਪਣੀ ਕੈਬਨਿਟ ਤੋਂ ਤੇ ਆਪਣੀ ਟੀਮ ਤੋਂ ਦੂਰ ਰੱਖਿਆ ਗਿਆ। ਹਾਂ, ਇਹ ਇੱਕ ਬੜੀ ਦਿਲਚਸਪ ਡਿਵੈਲਪਮੈਂਟ ਹੈ, ਕਿਉਂਕਿ ਜਦੋਂ ਦਾ ਇਹ ਕਿਸਾਨ ਅੰਦੋਲਨ ਚੱਲਿਆ ਔਰ ਇਸ ਤੋਂ ਪਹਿਲਾਂ ਜਿਹੜਾ ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਿਆ ਸੀ, ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਹੈ ਉਹ ਉਸ ਦੇ ਅਗੇਂਸਟ, ਉਦੋਂ ਤੋਂ ਸਾਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਨੇ ਉਹ BJP ਤੇ ਲੱਗੀਆਂ ਹੋਈਆਂ। BJP RSS ਦਾ ਜਿਹੜਾ ਫਾਸਿਸਟ ਚਿਹਰਾ ਹੈਗਾ ਭਾਰਤ ਦੇ ਵਿੱਚ ਤਾਂ ਲੋਕ ਪਹਿਲਾਂ ਹੀ ਉਹਨੂੰ ਜਾਣਦੇ ਸੀ, ਲੇਕਿਨ ਬਾਕੀ ਦੁਨੀਆ ਦੇ ਵਿੱਚ ਵੀ ਲੋਕਾਂ ਨੂੰ ਉਹਦਾ ਜਿਹੜਾ ਉਹ ਭਿਆਨਕ ਚਿਹਰਾ ਜਿਹੜਾ ਨਜ਼ਰ ਆ ਰਿਹਾ, ਕਿਉਂਕਿ ਉਹ ਲੋਕ ਜਿਹੜੇ ਨੇ ਇਸ 'ਤੇ ਬਹੁਤ ਜ਼ਿਆਦਾ ਇਹਦੇ ਪ੍ਰਤੀ ਸੰਜੀਦਾ ਨੇ, ਕਿਉਂਕਿ ਉਹਨਾਂ ਨੇ ਦੇਖਿਆ ਹਿਟਲਰ ਨੇ ਜਰਮਨੀ 'ਚ ਕੀ ਕੀਤਾ, ਯੂਰਪ ਦੇ ਵਿੱਚ ਕੀ ਹੋਇਆ,
ਉਹ ਇਹੀ ਵਿਚਾਰਧਾਰਾ ਸੀ। ਮਸੋਲੀਨੀ ਨੇ ਕੀ ਕੀਤਾ, ਹੋਰ ਜਿਹੜੇ ਲੋਕ ਫਾਸਿਸਟ ਜਾਂ ਇਸ ਤਰ੍ਹਾਂ ਦੀ ਟੋਟੈਲੀਟੇਰੀਅਨ ਜਾਂ ਡਿਕਟੇਟੋਰੀਅਲ ਵਿਚਾਰਧਾਰਾ ਵਾਲੇ ਸੀ, ਉਹਨਾਂ ਨੇ ਕੀ ਕੀਤਾ। ਸੋ ਕਿਤੇ ਵੀ ਜਿੱਥੇ ਲੋਕਤੰਤਰੀ ਕਲਚਰ ਹੈ ਉੱਥੇ ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰੱਖਿਆ ਜਾਂਦਾ। ਭਾਰਤ ਦੇ ਜਿਹੜੇ ਲੋਕ ਨੇ ਉੱਥੇ, ਜਿਹੜੇ ਭਾਰਤੀ ਮੂਲ ਦੇ ਲੋਕ ਵਸੇ ਹੋਏ ਨੇ, ਉਹ ਡੈਮੋਕ੍ਰੈਟ ਪਾਰਟੀ ਦੇ ਬਹੁਤ ਬੜੇ ਸਮਰਥਕ ਰਹੇ ਨੇ। ਸਾਨੂੰ ਯਾਦ ਹੋਏਗਾ, ਸਾਡੇ ਦਰਸ਼ਕਾਂ ਨੂੰ, ਪਹਿਲਾਂ ਵੀ ਜਦੋਂ ਬਿਲ ਕਲਿੰਟਨ ਰਾਸ਼ਟਰਪਤੀ ਹੁੰਦੇ ਸੀ ਉਹ ਵੀ ਡੈਮੋਕ੍ਰੈਟਿਕ ਪਾਰਟੀ ਦੇ ਸੀ, ਬਰਾਕ ਓਬਾਮਾ ਉਹ ਵੀ ਡੈਮੋਕ੍ਰੈਟਿਕ ਪਾਰਟੀ ਦੇ ਸੀ, ਤੇ ਬੜੇ ਭਾਰਤੀ ਉਹਨਾਂ ਦੇ ਦੋਸਤ ਸੀ। ਖਾਸ ਤੌਰ 'ਤੇ ਸੰਤ ਛਤਵਾਲ ਜਿਹੜੇ ਹੋਟੇਲੀਅਰ ਨੇ ਉੱਥੋਂ ਦੇ ਬੜੇ ਮਸ਼ਹੂਰ, ਉਹ ਇਹਨਾਂ ਦੇ ਨਿੱਜੀ ਦੋਸਤ ਸੀ। ਸੋ ਭਾਰਤੀਆਂ ਦਾ ਹੁਣ, ਭਾਵੇਂ ਟਰੰਪ ਦੀ ਬੜੀ ਕੋਸ਼ਿਸ਼ ਕੀਤੀ, ਨਰਿੰਦਰ ਮੋਦੀ ਨੇ ਜਿਹੜੀ ਹੈ ਵਿਤੋਂ ਬਾਰੀ ਜਾ ਕੇ ਉਹਦੀ ਸਪੋਰਟ ਕੀਤੀ, ਹਾਊਦੀ ਮੋਦੀ ਵਾਲਾ ਜਿਹੜਾ ਨਾਰਾ ਦਿੱਤਾ, ਅਬ ਕੀ ਬਾਰ ਟਰੰਪ ਸਰਕਾਰ, ਪਤਾ ਨਹੀਂ ਕੀ ਕੁਛ ਕੋਸ਼ਿਸ਼ ਕੀਤੀ, ਲੇਕਿਨ ਨਰਿੰਦਰ ਮੋਦੀ ਉਹਨਾਂ ਨੂੰ ਵੀ ਨਹੀਂ ਬਚਾ ਸਕੇ। ਤੋ ਟਰੰਪ ਹਾਰ ਗਏ, ਉਹਨਾਂ ਨੂੰ ਬੇਇੱਜ਼ਤ ਹੋ ਕੇ, ਜਿਸ ਤਰ੍ਹਾਂ ਉਹਨਾਂ ਨੇ ਆਖਰੀ ਵੇਲੇ ਉਹਨਾਂ ਨੇ ਕੀਤਾ, ਬੜਾ ਜ਼ਲੀਲ ਹੋ ਕੇ ਨਿਕਲਣਾ ਪਿਆ ਵਾਈਟ ਹਾਊਸ ਤੋਂ। ਤੋ ਹੁਣ ਜਿਹੜੀ ਜੋ ਬਿਡਨ ਉਹਨਾਂ ਨੇ ਟੀਮ ਬਣਾਈ ਹੈ, ਤੁਸੀਂ ਗੱਲ ਕੀਤੀ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਦੀ, ਪਹਿਲੀ ਔਰਤ ਉਪ ਰਾਸ਼ਟਰਪਤੀ ਬਣੀ ਅਮਰੀਕਾ 'ਚ, ਕਮਲਾ ਹੈਰਿਸ। ਉਹਨਾਂ ਦੀ ਮਾਂ ਜਿਹੜੀ ਹੈ ਡਾਕਟਰ ਸ਼ਿਆਮਲਾ ਘੋਸ਼, ਉਹ ਭਾਰਤ ਦੇ ਤਾਮਿਲਨਾਡੂ ਪ੍ਰਾਂਤ ਦੇ ਵਿੱਚੋਂ ਇੱਥੋਂ ਗਏ ਸੀਗੇ ਅਮਰੀਕਾ। ਉੱਥੇ ਜਾ ਕੇ ਉਹਨਾਂ ਨੇ ਉੱਥੋਂ ਦੇ ਇੱਕ ਵਸਨੀਕ ਨੇਟਿਵ ਨੇ ਉਹਨਾਂ ਨਾਲ ਵਿਆਹ ਕਰਵਾਇਆ। ਤੋ ਉਹਨਾਂ ਦਾ ਭਾਰਤੀ ਮੂਲ ਹੈ। ਇਸ ਤਰ੍ਹਾਂ ਜਿਹੜੀ ਵਾਈਟ ਹਾਊਸ ਦੇ ਸਟਾਫ ਦੀ ਨਵੀਂ ਟੀਮ ਬਣਾਈ ਗਈ, ਉਹਦੇ 'ਚ 20 ਭਾਰਤੀ ਮੂਲ ਦੇ ਲੋਕ ਉਹਨਾਂ ਨੇ ਰੱਖੇ ਨੇ। ਲੇਕਿਨ ਇਸ ਚੀਜ਼ ਦਾ ਬਕਾਇਦਾ ਉਹਨਾਂ ਨੇ ਧਿਆਨ ਰੱਖਿਆ ਕਿ ਡੈਮੋਕ੍ਰੈਟ ਪਾਰਟੀ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਸੰਬੰਧ ਇੱਥੋਂ ਦੀ ਜਿਹੜੀ BJP RSS ਵਾਲੇ ਸਰਕਾਰ ਨਾਲ ਜਾਂ ਉਸ ਪਾਰਟੀ ਨਾਲ ਜਾਂ ਉਸ ਤਰ੍ਹਾਂ ਦੀ ਸੋਚ ਨਾਲ ਹੈ। ਤੋ ਉਸ ਸੋਚ ਵਾਲੇ ਲੋਕਾਂ ਨੂੰ ਬਾਹਰ ਰੱਖਿਆ। ਅੱਜ ਦੀਆਂ ਅਖਬਾਰਾਂ 'ਚ ਖਾਸ ਤੌਰ 'ਤੇ 2 ਨਾਮ ਜਿਹੜੇ ਹੈ ਉਹ ਛਾਇਆ ਹੋਏ ਨੇ। ਇੱਕ ਸੋਨਲ ਸ਼ਾਹ ਉਹਨਾਂ ਦੀ ਮੈਂਬਰ ਹੈ, ਉਸ ਨੂੰ, ਉਹ ਹਾਲਾਂਕਿ ਬਹੁਤ ਬੜਾ ਰੋਲ ਜਿਹੜਾ ਹੈ ਉਹਨਾਂ ਦਾ ਸੀਗਾ ਜਿਹੜੀ ਜੋਏ ਬਿਡਨ ਦੀ ਇਲੈਕਸ਼ਨ ਕੈਂਪੇਨ ਸੀਗੀ। ਉਮੀਦ ਕੀਤੀ ਜਾਂਦੀ ਸੀ ਕਿ ਉਹਨਾਂ ਨੂੰ ਕੋਈ ਬਹੁਤ ਮਹੱਤਵਪੂਰਨ ਅਹੁਦਾ ਵੀ ਮਿਲੇਗਾ, ਲੇਕਿਨ ਇਸ ਕਰਕੇ ਕਿ ਉਹਨਾਂ ਦਾ RSS BJP ਕੰਬਾਈਨ ਦਾ ਬੈਕਗਰਾਊਂਡ ਹੈਗਾ, ਉਹਨਾਂ ਨੂੰ ਉਸ ਤੋਂ ਬਾਹਰ ਰੱਖਿਆ ਗਿਆ। ਇਸੇ ਤਰ੍ਹਾਂ ਅਮਿਤ ਜਾਨੀ ਇੱਕ ਹੋਰ ਉੱਥੇ ਭਾਰਤੀ ਮੂਲ ਦੇ ਸੱਜਣ ਨੇ ਜਿਹੜੇ ਡੈਮੋਕ੍ਰੈਟਸ ਦੇ ਬੜੇ ਅੱਛੇ ਦੋਸਤ ਨੇ। ਉਹਨਾਂ ਦਾ ਵੀ ਕਿਉਂਕਿ ਮੋਦੀ ਨਾਲ ਕਾਫੀ ਨਿੱਜੀ ਤਲਕਾਤ ਨੇ, ਤੇ ਉਹਨਾਂ ਨੂੰ ਵੀ ਜਿਹੜਾ ਹੈ ਉਸ ਤੋਂ ਬਾਹਰ ਰੱਖਿਆ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਚੰਗੀ ਗੱਲ ਹੈ। ਇੱਥੇ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮੋਦੀ ਟਰੰਪ ਦੀ ਹਮਾਇਤ ਦੇ ਵਿੱਚ ਗਏ ਸੀ, ਜੋ ਬਿਡਨ ਦੀ ਖਿਲਾਫਤੀ ਹੋ ਗਈ, ਬਿਲਕੁਲ ਤਾਂ ਇਸ ਕਰਕੇ ਇਹ ਕੀਤਾ ਗਿਆ, ਜਾਂ ਫਿਰ ਕਿਸਾਨਾਂ ਦੇ ਨਾਲ ਹਮਦਰਦੀ ਕਹਿ ਸਕਦੇ? ਨਹੀਂ, ਇਹ ਕਿਸਾਨਾਂ ਦੇ ਨਾਲ ਹਮਦਰਦੀ ਨੂੰ ਵੀ ਨਹੀਂ ਅਸੀਂ ਕਹਿ ਸਕਦੇ, ਜਾਂ ਟਰੰਪ ਦੀ ਮਦਦ ਨਹੀਂ ਕਹਿ ਸਕਦੇ। ਉਹ ਬੜੇ ਮੈਚੋਰ ਸਮਾਜ ਨੇ, ਉਹ ਸਾਡੇ ਵਰਗੇ ਨਹੀਂ ਹੈ ਕਿ ਨੀਜਰਕ ਰਿਐਕਸ਼ਨ ਕਰਨਗੇ। ਉਹ ਬੇਸਿਕਲੀ ਡੈਮੋਕ੍ਰੈਟਸ ਜਿਹੜੇ ਨੇ, ਉਹ ਇਸ ਤਰ੍ਹਾਂ ਦੀ ਹਰ ਚੀਜ਼ ਜਿਹੜੀ ਹੈ ਵਾਚ ਤਾਂ ਕਰਦੇ ਹੋਣਗੇ ਨਾ, ਵੀ ਆਪਣੇ ਲੋਕਾਂ ਦਾ ਕਿੰਨਾ ਕੁ ਸੋਚ ਰਹੀ ਹੈ, ਇਹਨਾਂ ਦੀ ਛਵੀ ਆਪਣੇ ਦੇਸ਼ ਦੇ ਵਿੱਚ ਕਿਹੋ ਜਿਹੀ ਹੈ। ਵਾਚ ਕਰਦੇ ਨੇ। ਜਿਹੜੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ, ਉਹਨਾਂ ਨੇ ਤਾਂ ਬਕਾਇਦਾ ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਹੁਤ ਵਾਰ ਜਿਹੜਾ ਹੈ ਸਟੇਟਮੈਂਟਸ ਦਿੱਤੀਆਂ ਕਿ ਭਾਰਤ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਦਾ ਜਿਹੜਾ ਰਿਕਾਰਡ ਹੈ ਉਹ ਠੀਕ ਨਹੀਂ, ਸਰਕਾਰ ਜਿਹੜੀ ਹੈ ਡੈਮੋਕ੍ਰੇਸੀ ਉੱਥੇ ਖਰਾਬ ਹੋ ਰਹੀ ਹੈ। ਤਾਂ ਬਾਕੀ ਵਾਚ ਕਰਦੇ ਨੇ। ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਸੁਸਾਇਟੀਜ਼ ਦੇ ਵਿੱਚ ਇੱਕ ਕਲਚਰ ਹੈ ਕਿ ਉਹ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਹੈ ਉਸ ਨੂੰ ਬਰਦਾਸ਼ਤ ਨਹੀਂ ਕਰਦੇ। ਲੋਕਤੰਤਰ ਤੇ ਜਦੋਂ ਵੀ ਕੋਈ ਹਮਲਾ ਹੋਣ ਦੀ ਕੋਸ਼ਿਸ਼ ਕਰੇ, ਜਾਂ ਕੋਈ ਉਹਨਾਂ ਨੂੰ ਕਿਤੇ ਵੀ ਨਜ਼ਰ ਆਏ ਕਿ ਕੋਈ ਵਿਅਕਤੀ ਲੋਕਤੰਤਰੀ ਕਦਰਾਂ ਕੀਮਤਾਂ ਦੇ ਖਿਲਾਫ ਹੈ, ਤਾਂ ਉਸ ਦਾ ਜਿਹੜਾ ਹੈ ਬਕਾਇਦਾ ਉੱਥੇ ਸਮਾਜ ਦੇ ਵਿੱਚ ਵਿਰੋਧ ਹੁੰਦਾ ਹੈ। ਅਮਰੀਕਾ ਦੇ ਵਿੱਚ ਜਿਹੜੇ ਸੱਜੇ ਪੱਖੀ ਲੋਕ ਨੇ, ਜਿਹੜਾ ਟਰੰਪ ਨੂੰ ਜਿਹੜੇ ਸਮਰਥਨ ਕਰਦੇ ਸੀ, ਉਹਨਾਂ ਨੂੰ ਵੀ ਜਿਹੜਾ ਹੈ ਕਿਨਾਰੇ ਕੀਤਾ ਗਿਆ। ਉਹਨਾਂ ਦੇ ਜਿਹੜੇ ਮਤਲਬ ਵਾਈਟ ਜਿਹੜੀ ਲੋਕਾਂ ਦਾ ਸੀ। RSS ਤੇ BJP ਤੇ ਖਾਸ ਕਰਕੇ ਮੋਦੀ ਸਰਕਾਰ ਦੇ ਲਈ ਇਸ ਨੂੰ ਆਪਾਂ ਝਟਕਾ ਮੰਨ ਸਕਦੇ ਹਾਂ? ਹਾਂ, ਬਿਲਕੁਲ ਇਹ ਇੱਕ ਝਟਕਾ ਹੀ ਮੰਨਿਆ ਜਾਊਗਾ ਕਿ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਇੱਕ, ਉਹਨਾਂ ਦੀ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਕਿ ਦੱਸਿਆ ਕਿ ਤੁਹਾਡੀ ਔਕਾਤ ਕੀ ਹੈ, ਤੁਹਾਨੂੰ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਤੁਹਾਨੂੰ ਪਸੰਦ ਨਹੀਂ ਕਰਦੇ ਲੋਕ। ਤੋ ਇੱਕ ਬੜਾ ਸਕੁਅਰ ਮੈਸੇਜ ਉਹਨਾਂ ਲਈ ਜਿਹੜਾ ਹੈ ਉਹ ਗਿਆ ਹੈਗਾ। ਉਹ ਤਾਂ ਇਹ ਜੇ ਸਮਝਣ ਤਾਂ ਹੀ ਹੈ, ਕਿਉਂਕਿ ਇਹਨਾਂ ਦੀ ਤਾਂ ਜਿਹੜੀ ਨੀਤੀ ਹੈ ਮੈਂ ਨਾ ਮਾਨੂ ਵਾਲੀ ਹੈ। ਪਰ ਨਿਸ਼ਚੈ ਹੀ ਇੱਕ ਬਹੁਤ ਬੜਾ ਮੈਸੇਜ ਜੋ ਬਿਡਨ ਨੇ ਦਿੱਤਾ ਕਿ ਅਸੀਂ ਫਾਸਿਸਟ ਸੋਚ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ 'ਚ ਹੋਵੇ, ਚਾਹੇ ਭਾਰਤ 'ਚ ਹੋਵੇ, ਚਾਹੇ ਕਿਤੇ ਹੋਰ ਹੋਵੇ। ਸੋ ਉਹ ਇਸ ਤਰ੍ਹਾਂ ਦਾ ਮੈਸੇਜ ਉਹਨਾਂ ਨੇ ਦਿੱਤਾ ਹੈ, ਤੋ ਇਹਦਾ ਅਸੀਂ ਸਵਾਗਤ ਵੀ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਇਹਨਾਂ ਬਹੁਤ ਵਧੀਆ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਅਸੀਂ ਆਪਣੇ ਦਰਸ਼ਕਾਂ ਨੂੰ ਜੋ ਵੀ ਇੰਟਰਨੈਸ਼ਨਲ ਲੈਵਲ ਦੀ ਖਬਰ ਹੈ, ਭਾਰਤ ਦੀ ਖਬਰ ਹੈ, ਆਪਣੀ ਜਿਹੜੀ ਸਾਨੂੰ ਪਰਮਾਤਮਾ ਨੇ ਸਮਝ ਬਖਸ਼ੀ ਉਹਦੇ ਮੁਤਾਬਕ ਉਹਦਾ ਐਨਾਲਿਸਿਸ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਪਸੰਦ ਆਉਂਦੀ ਹੋਏਗੀ। ਸਾਰੇ ਸਾਡੇ ਦਰਸ਼ਕਾਂ ਦਾ ਧੰਨਵਾਦ ਤੇ ਸਵਾਗਤ। ਥੈਂਕ ਯੂ। ਤਾਂ ਇਹ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਨੇ ਬਹੁਤ ਹੀ ਜਿਹੜੇ ਬਹੁਤ ਵਧੀਆ ਮੁੱਦੇ ਨੇ ਉਹਨਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਆਪਣੇ ਕੀਮਤੀ ਵਿਚਾਰ ਦਿੱਤੇ ਨੇ। ਉਮੀਦ ਕਰਦੇ ਹਾਂ ਕਿ ਭੋਗਲ ਸਾਹਿਬ ਦੇ ਵਿਚਾਰ ਤੁਹਾਨੂੰ ਬਹੁਤ ਪਸੰਦ ਆਉਣਗੇ। ਕੈਮਰਾਮੈਨ ਰਣਜੀਤ ਸਿੰਘ ਰਾਣਾ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ TV, ਲੁਧਿਆਣਾ।